ਇੱਕ ਬਾਣੀ ਦਾ ਗੋਸ਼ਟੀ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਮੇਜ਼ਬਾਨ ਡਾਕਟਰ ਹਰਸਿਮਰਨ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਸ਼ਟੀ ਪ੍ਰੋਗਰਾਮ ਤਹਿਤ ਅਸੀਂ ਜੰਮੂ ਕਸ਼ਮੀਰ ਦੇ ਜਿਹੜੇ ਵੱਖੋ ਵੱਖਰੇ ਮਸਲੇ ਨੇ, ਚਾਹੇ ਉਹ ਸਮਾਜਿਕ ਖੇਤਰ ਨਾਲ ਸੰਬੰਧ ਰੱਖਦੇ ਹੋਣ, ਸਿਆਸੀ ਖੇਤਰ ਨਾਲ ਸੰਬੰਧ ਰੱਖਦੇ ਹੋਣ ਜਾਂ ਆਰਥਿਕ ਜਾਂ ਫਿਰ ਕਿਸੇ ਹੋਰ ਖੇਤਰ ਨਾਲ ਸੰਬੰਧ ਰੱਖਦੇ ਹੋਣ, ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਰਹਿੰਦੇ। ਇਸੇ ਮੁਹਿੰਮ ਦੇ ਤਹਿਤ ਸਟੂਡੀਓ ਵਿੱਚ ਅੱਜ ਮੇਰੇ ਨਾਲ ਜੰਮੂ ਕਸ਼ਮੀਰ ਅਤੇ ਖਾਸ ਕਰਕੇ ਸਿਖਲੀਗਰ ਸਿੱਖ ਸਮਾਜ ਨਾਲ ਦੇ ਸੰਬੰਧ ਵਿੱਚ ਗੱਲ ਕਰਨ ਲਈ ਮੌਜੂਦ ਨੇ ਸਰਦਾਰਨੀ ਰਵਿੰਦਰਪਾਲ ਕੌਰ ਜੋ ਕਿ ਕੈਨਨ ਕੰਸਲਟੈਂਟ ਤੋਂ ਨੇ, ਉਹਨਾਂ ਦੇ ਨਾਲ ਹੀ ਮਨਜੀਤ ਸਿੰਘ ਜੋ ਕਿ ਸਿੱਖ ਚਿੰਤਕ ਨੇ ਅਤੇ ਨਾਲ ਹੀ ਗੁਰਵਿੰਦਰ ਕੌਰ ਜੋ ਕਿ ਸਿੱਖਿਆ ਸ਼ਾਸਤਰੀ ਨੇ ਔਰ ਆਪਣੇ ਜਿਹੜੇ ਇਹਨਾਂ ਦੇ ਖੇਤਰ ਨੇ ਉਹਦੇ ਵਿੱਚ ਪ੍ਰਫੁੱਲਤਾ ਹਾਸਲ ਕਰ ਚੁੱਕੇ ਨੇ। ਸਭ ਤੋਂ ਪਹਿਲਾਂ ਮਨਜੀਤ ਸਿੰਘ ਜੀ ਤੁਹਾਡੇ ਤੋਂ ਸ਼ੁਰੂਆਤ ਕਰਾਂਗਾ। ਕਿਵੇਂ ਦੇਖਦੇ ਹੋ ਜੰਮੂ ਕਸ਼ਮੀਰ ਦਾ ਸਿੱਖ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਕੀ ਇਸ ਤੇ ਰੁਝਾਨ ਨੇ, ਕਿਸ ਤਰ੍ਹਾਂ ਲੱਗ ਰਿਹਾ, ਕਿਉਂਕਿ ਤੁਸੀਂ ਇੱਕ ਸਿੱਖਿਆ ਦੇ ਖੇਤਰ ਨਾਲ ਸੰਬੰਧ ਹੋਣ ਦੇ ਕਾਰਨ ਤੁਹਾਨੂੰ ਇਹ ਚੀਜ਼ਾਂ ਵਬਸਤਾ ਨਿਰੰਤਰ ਤੌਰ ਤੇ ਦੇਖਦੇ ਹੋ, ਕੀ ਰੁਚੀ ਦੇਖ ਰਹੇ ਹੋ ਖਾਸ ਕਰਕੇ ਜੰਮੂ ਕਸ਼ਮੀਰ ਦੇ ਸਿੱਖ ਸਮਾਜ ਦੇ ਵਿੱਚ? ਜੰਮੂ ਕਸ਼ਮੀਰ ਦਾ ਸਿੱਖ ਸਮਾਜ ਜਿਹੜਾ ਇਸ ਵੇਲੇ ਹੈ ਉਹ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ, ਲੇਕਿਨ ਦੋ ਚਿੱਤੀ 'ਚ ਜ਼ਰੂਰ ਹੈ ਕਿ ਅਸੀਂ ਅੱਗੇ ਕਿਸ ਤਰ੍ਹਾਂ ਵਧਣਾ। ਜੇ ਅਸੀਂ ਆਪਣੇ ਧਰਮ ਨੂੰ ਦੇਖੀਏ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੋ ਪਹਿਲੂ ਐਸੇ ਨੇ ਜਿਨ੍ਹਾਂ ਤੇ ਸਾਨੂੰ ਅਗਰ ਅਮਲ ਕੀਤਾ ਜਾਏ ਤੇ ਮੈਂ ਸਮਝਦਾ ਬਹੁਤ ਸਾਡੀ ਸਮੱਸਿਆਵਾਂ ਜਿਹੜੀਆਂ ਹੱਲ ਹੋ ਜਾਂਦੀਆਂ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬੋਲ ਜਿਹੜਾ ਹੈ ਤੇ ਦੂਜਾ ਵਿਹਾਰ ਜਿਹੜਾ ਹੈ, ਇਹ ਦੋ ਚੀਜ਼ਾਂ ਬੜਾ ਇੰਪੋਰਟੈਂਟ ਪਹਿਲੂ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਬੋਲ ਨੇ ਅਗਰ ਉਹਨਾਂ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜਾਂ ਆਪਣੇ ਆਪ ਨੂੰ ਉਸ ਪਾਸੇ ਤੋਰੀਏ ਤੇ ਮੈਂ ਸਮਝਦਾ ਸਾਡੇ ਵਾਸਤੇ ਜਿਹੜਾ ਰਸਤਾ ਅੱਗੇ ਹੈ ਉਹ ਬੜਾ ਆਸਾਨ ਹੋ ਜਾਂਦਾ ਹੈ, ਚਾਹੇ ਉਹ ਕਿਸੇ ਖੇਤਰ ਦਾ ਵੀ ਹੋਏ, ਧਾਰਮਿਕ ਹੋਏ, ਸਮਾਜਿਕ ਹੋਏ, ਸਿੱਖਿਆ ਵਾਲੇ ਪਾਸੇ ਹੋਏ ਜਾਂ ਅਧਿਆਤਮਿਕ ਸਿੱਖਿਆ ਵਾਲੇ ਪਾਸੇ ਹੋਏ। ਦੂਜਾ ਹੈ ਵਿਹਾਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ 'ਚ ਪ੍ਰੈਕਟੀਕੈਲਿਟੀ ਜਿਹੜੀ ਹੈ ਉਹ ਤੇ ਜ਼ੋਰ ਦਿੱਤਾ, ਕਿਉਂਕਿ ਉਹ ਹਰ ਕੰਮ ਜਿਹੜਾ ਉਹ ਪ੍ਰੈਕਟੀਕਲ ਕਰਕੇ ਦੱਸਿਆ ਹੈ, ਆਪ ਕਰਕੇ ਦੱਸਿਆ, ਹੱਥੀਂ ਕਰਕੇ ਦੱਸਿਆ ਹੈ ਤੇ ਇੱਕ ਜੀਵਨ ਦਾ ਰਾਹ ਦੱਸਿਆ ਹੈ। ਇਹ ਸਾਡਾ ਇੱਕ ਬਹੁਤ ਵੱਡਾ ਵਿਰਸਾ ਹੈ ਜਿਸ ਨੂੰ ਅਸੀਂ ਅੱਗੇ ਤੋਰਨ ਤੇ ਸ਼ਾਇਦ ਕਾਮਯਾਬ ਨਹੀਂ ਹੋਏ, ਕਿਸੇ ਨਾ ਕਿਸੇ ਕਾਰਨਵਸ਼ ਅਸੀਂ ਉਸ ਤੋਂ ਪਿੱਛੇ ਰਹਿ ਗਏ ਹਾਂ। ਵਿਰਸਾ ਸਾਡੇ ਕੋਲ ਬਹੁਤ ਵੱਡਾ ਹੈ, ਲੇਕਿਨ ਉਸ ਵਿਰਸੇ ਤੇ ਚੱਲਣਾ ਬੜਾ ਕਠਿਨ ਲੱਗਦਾ ਹੈ ਸਾਨੂੰ। ਲੇਕਿਨ ਕੋਸ਼ਿਸ਼ ਸਾਨੂੰ ਇਸ ਪਾਸੇ ਜ਼ਰੂਰ ਕਰਨੀ ਚਾਹੀਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਇਹਨਾਂ ਸ਼ਬਦਾਂ ਤੇ ਅਸੀਂ, ਇਹਨਾਂ ਵਚਨਾਂ ਤੇ ਅਸੀਂ ਚੱਲੀਏ, ਇਹਨਾਂ ਦੇ ਉਸ ਬੋਲ ਤੇ ਚੱਲੀਏ, ਉਸ ਬਾਣੀ ਤੇ ਚੱਲੀਏ ਤੇ ਉਸ ਤੋਂ ਸਾਨੂੰ ਸੇਧ ਜ਼ਰੂਰ ਮਿਲ ਸਕਦੀ ਹੈ। ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਜਿਸ ਰਾਹ ਤੇ ਚੱਲਣਾ ਚਾਹੀਦਾ ਸਾਨੂੰ ਉੱਥੇ ਚੱਲਦੇ ਨਹੀਂ। ਅੱਜ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਅਗਰ ਲੰਗਰ ਅਸੀਂ ਲਗਾਉਂਦੇ ਹਾਂ ਤੇ ਸਾਡੀ ਵਾਹ ਵਾਹੀ ਸਾਰੇ ਸੰਸਾਰ ਵਿੱਚ ਹੋ ਰਹੀ ਹੈ। ਉਹ ਵੀ ਇੱਕ ਗੁਰੂ ਮਹਾਰਾਜ ਦਾ ਸੰਦੇਸ਼ ਸੀ ਸਾਨੂੰ ਕਿ ਅਸੀਂ ਭੁੱਖੇ ਨੂੰ ਲੰਗਰ ਛਕਾਉਣਾ ਹੈ, ਭੁੱਖੇ ਦੀ ਦੇਖ ਰੇਖ ਕਰਨੀ ਹੈ, ਲੇਕਿਨ ਕਿਤੇ ਨਾ ਕਿਤੇ ਅਸੀਂ ਆਪਣੇ ਸਮਾਜ ਦੀ ਬਾਂਹ ਫੜਨੀ ਜਿਹੜੀ ਹੈ ਅਸੀਂ ਨਹੀਂ ਕਰ ਸਕੇ, ਉਹ ਨਹੀਂ ਫੜ ਸਕੇ ਅਸੀਂ ਬਾਂਹ, ਉਹ ਜੋ ਬਹੁਤ ਜ਼ਰੂਰੀ ਹੈ, ਉਸ ਵਿੱਚ ਅਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਹਾਂ। ਸੋ ਕੋਸ਼ਿਸ਼ ਸਾਰਿਆਂ ਦੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਪਹਿਲੇ ਆਪਣੇ ਆਸ ਪੜੋਸ ਵਿੱਚ, ਆਪਣੇ ਆਂਢ ਗੁਆਂਢ ਵਿੱਚ, ਆਪਣੇ ਹੱਥ ਜਿੱਥੇ ਤੱਕ ਸਾਡੇ ਜਾ ਸਕਦੇ ਨੇ ਉੱਥੇ ਤੱਕ ਅਸੀਂ ਹੱਥ ਫੈਲਾ ਕੇ ਉਹਨਾਂ ਦੀ ਬਾਂਹ ਫੜ ਕੇ ਉਹਨਾਂ ਨੂੰ ਅੱਗੇ ਤੋਰੀਏ। ਵਿਦਿਆ ਦੇ ਖੇਤਰ ਵਿੱਚ ਲੈ ਲਈਏ, ਚਾਹੇ ਉਹ ਸੰਸਾਰਿਕ ਵਿਦਿਆ ਹੋਏ ਜਾਂ ਧਾਰਮਿਕ ਵਿਦਿਆ ਹੋਏ, ਅਸੀਂ ਕਿਤੇ ਨਾ ਕਿਤੇ ਜ਼ਰੂਰ ਪਛੜੇ ਹੋਏ ਹਾਂ, ਕਿਉਂਕਿ ਇਹਨਾਂ ਦੋਨਾਂ ਵਿਦਿਆਵਾਂ ਦਾ ਤਾਲਮੇਲ ਰੱਖਣਾ ਬਹੁਤ ਜ਼ਰੂਰੀ ਹੈ। ਜਿੱਥੇ ਦੁਨਿਆਵੀ ਵਿਦਿਆ ਬਹੁਤ ਜ਼ਰੂਰੀ ਹੈ ਅੱਜ ਦੇ ਯੁੱਗ ਦੇ ਵਿੱਚ, ਉੱਥੇ ਧਾਰਮਿਕ ਵਿਦਿਆ ਦੇ ਜ਼ੋਰ ਬੜਾ ਜ਼ਰੂਰੀ ਹੈ, ਉਹ ਵੀ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਐਜੂਕੇਸ਼ਨ ਜਿਹੜੀ ਹੈ ਉਹ ਇੱਕ ਰਸਤਾ ਹੈ ਨੌਲੇਜ ਵਾਸਤੇ, ਤੇ ਨੌਲੇਜ ਗੇਨ ਕਰਨ ਵਾਸਤੇ ਐਜੂਕੇਸ਼ਨ ਵੀ ਜ਼ਰੂਰੀ ਹੈ। ਲੇਕਿਨ ਮੈਂ ਸਮਝਦਾ ਕਿ ਸਾਡੇ ਅੱਜ ਤੋਂ ਜੋ ਬਜ਼ੁਰਗ ਸਨ ਪਹਿਲੇ, ਉਹਨਾਂ ਕੋਲ ਬਹੁਤ ਸਾਰੀ ਨੌਲੇਜ ਸੀ। ਐਸੀ ਗੱਲ ਨਹੀਂ ਸੀ ਉਹਨਾਂ ਕੋਲ ਐਜੂਕੇਸ਼ਨ ਭਾਵੇਂ ਨਹੀਂ ਸੀ, ਲੇਕਿਨ ਨੌਲੇਜ ਸੀ, ਗਿਆਨ ਸੀ, ਜਿਸ ਗਿਆਨ ਨੂੰ ਅਸੀਂ ਧਾਰਨ ਕਰਕੇ ਅੱਗੇ ਵਧੇ ਅੱਜ ਤੱਕ ਇੱਥੇ ਆਏ ਹਾਂ। ਸੋ ਐਜੂਕੇਸ਼ਨ ਨਾਲ ਚੱਲਣਾ ਵੀ ਬਹੁਤ ਜ਼ਰੂਰੀ ਹੈ। ਸਾਡੇ ਕੋਲ ਐਸੇ ਪੌਕਟਸ ਨੇ ਜਿੱਥੇ ਇੰਤਹਾ ਗਰੀਬੀ ਦੀ ਹੈ, ਲੋੜਵੰਦ ਬੱਚੇ ਵੀ ਨੇ, ਅੰਡਰ ਪ੍ਰਿਵਿਲੇਜਡ ਵੀ ਨੇ, ਲੇਕਿਨ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਸਕੇ। ਸੋ ਕੋਸ਼ਿਸ਼ ਇਹੀ ਹੈ ਕਿ ਜੇ ਅਸੀਂ ਇਸ ਸੈਕਟਰ ਦੇ ਵਿੱਚ ਆਪਣਾ ਯੋਗਦਾਨ ਦੇ ਸਕੀਏ, ਮੈਂ ਸਮਝਦਾ ਕਿ ਖਾਸ ਕਰਕੇ ਜਿਹੜੀਆਂ ਸਾਡੀਆਂ ਬੱਚੀਆਂ ਨੇ ਅਗਰ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਏ ਤੇ ਮੈਂ ਸਮਝਦਾ ਇੱਕ ਬੱਚੀ ਜਿਹੜੀ ਹੈ ਇੱਕ ਪਰਿਵਾਰ ਨੂੰ ਨਹੀਂ, ਇੱਕ ਸਮਾਜ ਨੂੰ ਹੀ ਰਾਹ ਦੱਸ ਸਕਦੀ ਹੈ ਕਿਤੇ ਨਾ ਕਿਤੇ। ਵੱਡਾ ਸਵਾਲ ਇੱਥੇ ਇਹ ਪੈਦਾ ਵੀ ਹੁੰਦਾ ਨਾ ਕਿ ਜੰਮੂ ਕਸ਼ਮੀਰ ਦਾ ਖਾਸ ਕਰਕੇ ਇੱਕ ਛੋਟਾ ਜਿਹਾ ਖਿੱਤਾ ਹੈ ਜਿਸ ਦੇ ਵਿੱਚ ਸਿੱਖਾਂ ਦੀ ਵਸੋਂ ਇਤਨੀ ਜ਼ਿਆਦਾ ਨਹੀਂ ਹੈ। ਅਜਿਹੇ ਖਿੱਤੇ ਵਿੱਚ ਜਿੱਥੇ ਸਿੱਖ ਘੱਟ ਗਿਣਤੀ ਦਾ ਵਰਗ ਮੰਨਿਆ ਜਾਂਦਾ, ਅਜਿਹੇ ਖਿੱਤੇ ਵਿੱਚ ਅੱਜ ਦੇ ਜ਼ਮਾਨੇ ਵਿੱਚ ਜੇ ਦੇਖੀਏ, ਖਾਸ ਕਰਕੇ ਉੱਤਰ ਆਧੁਨਿਕਤਾ ਦਾ ਦੌਰ ਹੈ, 21ਵੀਂ ਸਦੀ ਦੀ ਅਸੀਂ ਗੱਲ ਕਰਦੇ ਹਾਂ, ਸਿੱਖ ਜਿਹੜੇ ਨੇ ਉਹਨਾਂ ਦੀ ਜਿਹੜੀ ਰੁਝਾਨ ਹੈ ਉਹ ਵਿਦਿਆ ਪ੍ਰਾਪਤੀ ਵੱਲ ਨਹੀਂ, ਚਾਹੇ ਅਧਿਆਤਮਕ ਜਿਵੇਂ ਤੁਸੀਂ ਗੱਲ ਕੀਤੀ ਹੈ, ਚਾਹੇ ਧਾਰਮਿਕ ਵਿਦਿਆ ਹੋਵੇ ਤੇ ਚਾਹੇ ਦੁਨਿਆਵੀ ਵਿਦਿਆ ਹੋਵੇ। ਰਵਿੰਦਰਪਾਲ ਕੌਰ ਜੀ, ਤੁਸੀਂ ਕਿਵੇਂ ਵੇਖਦੇ ਹੋ ਇਸ ਗੱਲ ਨੂੰ ਕਿ ਖਾਸ ਕਰਕੇ ਜਿਹੜਾ ਨੌਜਵਾਨ ਵਰਗ ਹੈ, ਚਾਹੇ ਉਹ ਬੱਚੀਆਂ ਹੋਣ ਚਾਹੇ ਸਾਡੇ ਬੱਚੇ ਹੋਣ, ਵਿਦਿਆ ਪ੍ਰਤੀ ਉਹਨਾਂ ਦਾ ਰੁਝਾਨ ਕੀ ਹੈ? ਕੀ ਪੈਸੇ ਕਮਾਉਣ ਦੀ ਅੰਨੀ ਦੌੜ ਨੇ
ਬੱਚਿਆਂ ਨੂੰ ਵਿੱਦਿਆ ਤੋਂ ਦੂਰ ਕਰ ਦਿੱਤਾ ਹੈ? ਮੇਰੇ ਜਿਹੜੀ ਆਪਣੀ ਸਮਝ ਨਾਲ ਮੈਂ ਦੇਖ ਰਹੀ ਹਾਂ ਆਪਣੇ ਆਸੇ-ਪਾਸੇ, ਕਿਉਂਕਿ ਮੈਂ ਐਜੂਕੇਸ਼ਨ ਸੈਕਟਰ ਨਾਲ ਇਸ ਵਕਤ 30 ਸਾਲ ਤੋਂ ਜੁੜੀ ਰਹੀ ਹਾਂ ਜੀ। ਤੇ ਜਿਹੜਾ ਮੇਰਾ ਨਜ਼ਰੀਆ ਹੈ ਕਿ ਬੱਚਾ, ਅੱਜ ਦਾ ਬੱਚਾ ਇੱਕ ਐਜੂਕੇਸ਼ਨ ਇਸ ਵਾਸਤੇ ਪ੍ਰਾਪਤ ਨਹੀਂ ਕਰ ਰਿਹਾ ਕਿ ਉਹਨੂੰ ਇੱਕ ਆਪਣੀ ਐਨਲਾਈਟਨਮੈਂਟ ਜਾਂ ਉਹ ਕਿਸੇ ਨੂੰ ਕੁਝ ਦੇ ਸਕੇ ਕੱਲ ਸਮਾਜ ਨੂੰ। ਉਹਨਾਂ ਦੀ ਇੱਕ ਦੌੜ ਇਹ ਹੈ ਕਿ ਮੈਂ ਕੱਲ ਕਿੰਨੇ ਪੈਸੇ ਕਮਾਣੇ ਨੇ, ਮੈਂ ਕੱਲ ਕਿੱਥੇ ਪੁੱਜਣਾ ਹੈ। ਇਹ ਜਿਹੜਾ ਮੈਂ ਦੇਖ ਰਹੀ ਹਾਂ, ਇਹ ਰੁਝਾਨ ਜਿਹੜਾ ਬੱਚਿਆਂ ਦਾ ਹੈ, ਇਹ ਕਿਤੇ ਨਾ ਕਿਤੇ ਸਾਡੀ ਆਪਣੀਆਂ ਗਲਤੀਆਂ ਨਾਲ ਹੈ। ਕਿਉਂਕਿ ਅਸੀਂ ਜਦੋਂ ਬੱਚੇ ਨੂੰ ਇੱਕ ਘਰ ਵਿੱਚ ਇੱਕ ਬੱਚੇ ਨੂੰ ਪਾਲਦੇ ਹਾਂ, ਬੱਚੇ ਨੂੰ ਪੜ੍ਹਾਈ ਵੱਲ ਲਾਉਂਦੇ ਹਾਂ, ਬੱਚੇ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਪੜ੍ਹਾਈ ਤੇਰੀ ਜ਼ਿੰਦਗੀ ਵਿੱਚ ਕੀ ਅਸਰ ਪਾਏਗਾ, ਇਸ ਪੜ੍ਹਾਈ ਨਾਲ ਤੇਰੇ ਨਾਲ ਕੀ, ਤੇਰੇ 'ਚ ਬਦਲਾਅ ਕੀ ਆਣੇ ਨੇ, ਤੈਨੂੰ ਕੀ ਪ੍ਰਾਪਤੀ ਹੋਣੀ ਹੈ। ਅਸੀਂ ਬੱਚੇ ਨੂੰ ਸਿਰਫ ਇਹ ਗੱਲ ਦੱਸ ਕੇ ਚੱਲਦੇ ਹਾਂ, ਤੂੰ ਕੱਲ ਡਾਕਟਰ ਬਣੇਗਾ, ਤੂੰ ਬਹੁਤ ਪੈਸੇ ਕਮਾਏਗਾ, ਤੂੰ ਇੰਜੀਨੀਅਰ ਬਣੇਗਾ, ਤੂੰ ਬਹੁਤ ਪੈਸੇ ਕਮਾਏਗਾ। ਜਿੱਥੇ ਅਸੀਂ ਪੈਸਾ ਤੇ ਵਿਦਿਆ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਮੇਰੇ ਖਿਆਲ ਵਿੱਚ ਸਾਡੀ ਕਿਤੇ ਖਾਮੀਆਂ ਉਸ ਗੱਲ ਤੇ ਰਹਿ ਗਈਆਂ ਤੇ ਇਹ ਕਸੂਰ ਜਿਹੜਾ ਹੈ, ਇਹ ਮੈਂ ਕਹਿੰਦੀ ਹਾਂ ਕਿ ਸਾਡੀ ਆਪਣੇ ਪਾਲਣ ਪੋਸ਼ਣ ਵਿੱਚ ਕਿਤੇ ਰਹਿ ਗਿਆ ਹੈ। ਵੱਡੀ ਗੱਲ ਤੇ ਇਹ ਹੈ ਨਾ ਕਿ ਨਿੱਜੀ ਤੌਰ ਤੇ ਸਾਡੇ ਘਰਾਂ ਵਿੱਚੋਂ ਸਾਨੂੰ ਸ਼ਾਇਦ ਉਹ ਜਿਹਾ ਮਾਹੌਲ ਨਹੀਂ ਮਿਲ ਰਿਹਾ ਜਿਸ ਵੱਲ ਸਾਨੂੰ ਪ੍ਰੇਰਿਤ ਕੀਤਾ ਜਾਏ ਕਿ ਚਾਹੇ ਅਧਿਆਤਮਕ ਜਿੱਥੇ ਤੁਸੀਂ ਵਿੱਦਿਆ ਪ੍ਰਾਪਤ ਕਰਨੀ ਹੈ, ਦੁਨਿਆਵੀ ਵਿੱਦਿਆ ਦੀ ਕੀ ਲੋੜ ਹੈ। ਸਭ ਤੋਂ ਵੱਡਾ ਇੱਕ ਸਵਾਲ ਇਹ ਉੱਠਦਾ ਕਿ ਸਾਡੇ ਘਰਾਂ ਵਿੱਚੋਂ ਸਾਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਸ ਵਿੱਦਿਆ ਪ੍ਰਾਪਤੀ ਨਾਲ ਤੁਹਾਨੂੰ ਸ਼ਾਇਦ ਅੱਜ ਤੰਗੀ ਮਹਿਸੂਸ ਹੋ ਰਹੀ ਹੋਵੇ, ਪਰ ਜਦੋਂ ਭਵਿੱਖ ਤੁਹਾਡਾ ਹੋਵੇਗਾ ਉਹ ਇੱਕ ਰੁਸ਼ਨਾਇਆ ਭਵਿੱਖ ਹੋਵੇਗਾ ਔਰ ਤੁਹਾਨੂੰ ਚੰਗੀਆਂ ਜੜੀਆਂ ਨੇ ਖੇਤਰ ਵਿੱਚ ਤੁਸੀਂ ਮੱਲਾ ਮਾਰ ਸਕਦੇ ਹੋ। ਗੁਰਵਿੰਦਰ ਕੌਰ ਜੀ, ਤੁਸੀਂ ਕਿਵੇਂ ਵੇਖਦੇ ਹੋ? ਖਾਸ ਤੌਰ ਤੇ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਵੀ ਚਾਹਾਂਗਾ ਕਿ ਸਮੁੱਚੀ ਟੀਮ ਜਿਹੜੀ ਸਟੂਡੀਓ ਵਿੱਚ ਬੈਠੀ ਹੈ 6 ਫॉर ਆਲ ਫਾਊਂਡੇਸ਼ਨ ਨਾਲ ਜੁੜੀ ਹੋਈ ਹੈ ਔਰ ਨਿਰੰਤਰ ਤੌਰ ਤੇ ਜਿੱਥੇ ਲੋੜਵੰਦ ਬੱਚਿਆਂ ਦੀ ਔਰ ਖਾਸ ਕਰਕੇ ਸਿੱਖਲੀਗਰ ਸਿੱਖ ਸਮਾਜ ਦੇ ਬੱਚਿਆਂ ਨੂੰ, ਔਰ ਸਿੱਖਲੀਗਰ ਜਿਹੜਾ ਲਫ਼ਜ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਲਫ਼ਜ਼ ਹੈ ਇਹ ਸਿੱਖਾਂ ਨੂੰ ਜਦੋਂ ਸਿੱਕਲ ਕਰਦੇ ਵੇਖਿਆ ਸੀ ਲੋਹਗੜ੍ਹ ਕਿਲੇ ਵਿੱਚ, ਪ੍ਰੇਮ ਭਾਵਨਾ ਨਾਲ ਇਹ ਜਿਹੜਾ ਉਹਨਾਂ ਨੂੰ ਸ਼ਬਦ ਦਿੱਤਾ ਸੀ, ਪਿਆਰ ਨਾਲ ਦਿੱਤਾ ਸੀ, ਜਿਹੜਾ ਮਗਰੋਂ ਰੂੜ ਹੋ ਗਿਆ, ਜਿਸ ਨੂੰ ਅਸੀਂ ਦੁਜੇਲੇ ਦਰਜੇ ਦਾ ਜਿਹੜਾ ਸ਼ਬਦ ਸਮਝ ਕੇ ਇਹਨਾਂ ਨੂੰ ਠੁਕਰਾਉਂਦੇ ਆ, ਇਹਨਾਂ ਨੂੰ ਮੁੱਖ ਧਰਾਈ ਸਿੱਖ ਸਮਾਜ ਵਿੱਚ ਇਹਨਾਂ ਨੂੰ ਕੋਈ ਥਾਂ ਨਹੀਂ ਦਿੰਦੇ। ਅਜਿਹੇ ਗਰੀਬ ਲੋੜਵੰਦ ਤੇ ਦਰਦਨਾਕ ਜਿਹੜੇ ਹਾਲਾਤਾਂ ਵਿੱਚ ਰਹਿ ਰਹੇ ਨੇ ਬੱਚਿਆਂ ਦੀ, ਉਹਨਾਂ ਦੀ ਇਹ ਨਿਰੰਤਰ ਤੌਰ ਤੇ ਇਹਨਾਂ ਦੀ ਸੰਸਥਾ ਜਿਹੜੀ ਹੈ ਆਪਣੇ ਕਾਰਜ ਕਰਦੀ ਆ ਰਹੀ ਹੈ। ਗੁਰਵਿੰਦਰ ਕੌਰ ਜੀ, ਤੁਸੀਂ ਕਿਵੇਂ ਵੇਖਦੇ ਹੋ ਖਾਸ ਕਰਕੇ ਜੰਮੂ ਕਸ਼ਮੀਰ ਦਾ ਸਿੱਖ ਸਮਾਜ ਔਰ ਜੰਮੂ ਕਸ਼ਮੀਰ ਦਾ ਸਿੱਖਲੀਗਰ ਸਿੱਖ ਸਮਾਜ, ਕੀ ਫਰਕ ਨਜ਼ਰ ਆਉਂਦਾ ਹੈ ਉਹਦੇ ਵਿੱਚ? ਚਾਹੇ ਉਹਨਾਂ ਦੀ ਆਰਥਿਕ ਪਰੇਸ਼ਾਨੀਆਂ ਹੋਣ, ਉਹਨਾਂ ਦੀਆਂ ਸਮਾਜਿਕ ਪਰੇਸ਼ਾਨੀਆਂ ਹੋਣ, ਚਾਹੇ ਸਿਹਤ ਸੰਬੰਧੀ ਪਰੇਸ਼ਾਨੀਆਂ ਹੋਣ, ਕਿਵੇਂ ਵੇਖਦੇ ਹੋ ਸਾਰੇ ਵਰਤਾਰੇ ਨੂੰ? ਦੇਖੋ ਜੀ, ਜਿਸ ਤਰ੍ਹਾਂ ਉਹਨੇ ਮਨਜੀਤ ਜੀ ਨੇ ਦੱਸਿਆ ਕਿ ਸਾਨੂੰ ਬੜੀ ਲੋੜ ਹੈ ਕਿ ਬੱਚਿਆਂ ਨੂੰ ਜੇ ਅਸੀਂ ਲੰਗਰ ਲਗਾਉਂਦੇ ਆ, ਉਸ ਦੇ ਇਲਾਵਾ ਅਸੀਂ ਬੱਚਿਆਂ ਦੇ ਐਜੂਕੇਸ਼ਨ ਫੀਲਡ ਵਿੱਚ ਜਿਸ ਤਰ੍ਹਾਂ ਉਹਨਾਂ ਦੀ ਬਾਂਹ ਫੜਨੀ ਹੈ, ਉਹਨਾਂ ਨੂੰ ਅੱਗੇ ਲੈ ਜਾਣਾ ਹੈ ਤੇ ਉਹ ਚੀਜ਼ ਸਾਡੀ ਬਹੁਤ ਜ਼ਰੂਰੀ ਹੈ, ਚਾਹੇ ਉਹ ਧਾਰਮਿਕ ਖੇਤਰ ਵਿੱਚ ਹੋਵੇ ਜਾਂ ਐਜੂਕੇਸ਼ਨ ਫੀਲਡ ਵਿੱਚ ਹੋਵੇ। ਕਿਉਂਕਿ ਬੱਚਿਆਂ ਦਾ ਮੇਨ ਜਿਹੜਾ ਮੋਟਿਵ ਸਾਡਾ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ, ਰਵਿੰਦਰਪਾਲ ਜੀ ਉਹਨੇ ਦੱਸਿਆ ਕਿ ਘਰੋਂ ਇੱਕ ਸੰਸਕਾਰ ਜਿਹੜੇ ਬੱਚਿਆਂ ਦੇ ਹਨ ਉਹ ਇਸ ਚੀਜ਼ ਤੇ ਜ਼ਿਆਦਾ ਮਤਲਬ ਫੋਕਸ ਹੋਣੇ ਚਾਹੀਦੇ ਕਿ ਉਹ ਇੱਕ ਅੱਛਾ ਇਨਸਾਨ ਬਣੇ। ਤੇ ਲੇਕਿਨ ਸਾਡੀ ਕੁਝ ਅਸੀਂ ਜਿਹੜੇ ਸਿੱਖਲੀਗਰ ਕਾਲੋਨੀ ਜਿਹੜੇ ਤੁਸੀਂ ਨੇ ਗੱਲ ਕੀਤੀ, ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਬਹੁਤ ਪਿਛੜੇ ਹੋਏ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਹਾਲਾਤ ਦੇਖੇ ਨਹੀਂ ਹਨ ਤੇ ਪਰ ਉਹ ਆਪਣੇ ਬੱਚਿਆਂ ਨੂੰ ਵੀ ਕੋਈ ਉਹਨਾਂ ਨੇ ਇਸ ਪਾਸੇ ਕੋਈ ਰੁਝਾਨ, ਕੋਈ ਪੜ੍ਹਾਈ ਦੇ ਪਾਸੇ ਜਾਂ ਉਹਨਾਂ ਦੀ ਤਰਫ ਦੇਖ ਰੇਖ ਜਿਹੜੀ ਉਹਨਾਂ ਨੇ ਕੋਈ ਨਹੀਂ ਕੀਤੀ। ਤੇ ਇਸ ਸਿਲਸਿਲੇ ਵਿੱਚ ਜਿਸ ਤਰ੍ਹਾਂ ਸਾਡਾ 6 ਫॉर ਆਲ ਫਾਊਂਡੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਇਹ 6 ਸਾਲ ਪਹਿਲੇ ਜੋ ਅਸੀਂ ਕੁਛ ਬੁੱਧੀਜੀਵੀ ਜਿਹੜੇ ਬੈਠੇ ਨੇ ਫਰੈਂਡ ਸਰਕਲ ਵਿੱਚ ਬੈਠ ਕੇ ਉਹਨਾਂ ਨੇ ਇੱਕ ਸੋਚ ਰੱਖੀ ਕਿ ਕੁਛ ਇਸ ਤਰ੍ਹਾਂ ਦਾ ਕੁਛ ਕੀਤਾ ਜਾਏ ਤਾਂ ਕਿ ਅਸੀਂ ਕੁਛ ਬੱਚਿਆਂ ਦੀ ਜਿਹੜੇ ਪੜ੍ਹਾਈ ਦੇ ਪਾਸੇ ਵੀ ਸੋਚ ਰੱਖੀਏ। ਤੇ ਉਸ ਸਿਲਸਿਲੇ ਵਿੱਚ 6 ਫॉर ਆਲ ਫਾਊਂਡੇਸ਼ਨ ਤਿਆਰ ਹੋਈ ਜੋ ਕਿ ਗਰੀਬ ਬੱਚਿਆਂ ਨੂੰ, ਜੋ ਅੰਡਰ ਪ੍ਰਿਵਿਲੇਜਡ ਬੱਚੇ ਨੇ, ਉਹਨਾਂ ਦੀ ਪੜ੍ਹਾਈ ਦੀ ਤਰਫ ਅਸੀਂ ਮੇਨ ਰੁਝਾਵ ਰੱਖ ਕੇ ਉਹ ਸਟਾਰਟ ਕੀਤੀ ਹੈ। ਤੇ ਇਸ ਵਿੱਚ ਜੋ ਹੈ ਮੇਨ ਮੋਟਿਵ ਸਾਡਾ ਇਹ ਸੀ ਕਿਉਂਕਿ ਉਸ ਕਾਲੋਨੀ ਜਿਸਲੇ ਅਸੀਂ ਗਏ ਦੇਖਿਆ ਤੇ ਸਾਨੂੰ ਲੱਗਿਆ ਕਿ ਹੋਰ ਪਾਸੇ ਵੀ ਅਸੀਂ ਬੱਚਿਆਂ ਨੂੰ ਦੇਖੀਏ, ਲੇਕਿਨ ਸਭ ਤੋਂ ਪਹਿਲਾਂ ਇੱਥੇ ਤੇ ਬਹੁਤ ਬੜਾ ਇੱਕ ਕਹਿੰਦੇ ਨਾ ਇੱਕ ਗੜ੍ਹ ਹੈ ਜਿੱਥੇ ਅਸੀਂ ਬਹੁਤ ਕੁਝ ਕੰਮ ਕਰ ਸਕਦੇ ਹਾਂ। ਔਰ ਖਾਸ ਕਰ ਜੋ ਪੜ੍ਹਾਈ ਨੂੰ ਦੇਖਿਆ, ਅਸੀਂ ਦੇਖਿਆ ਪੜ੍ਹਾਈ ਦੀ ਤਰਫ ਤੇ ਕੋਈ ਬੱਚਿਆਂ ਦਾ ਰੁਝਾਵ ਹੈ ਹੀ ਨਹੀਂ ਸੀ ਤੇ ਅਸੀਂ ਉਹ ਬਾਂਹ ਪਕੜਨੀ ਚਾਹੀ ਬੱਚਿਆਂ ਦੀ ਕਿ ਚਲੋ ਅਗਰ ਬੱਚੇ ਪੜ੍ਹ ਲਿਖ ਲੈਣਗੇ ਤੇ ਉਹ ਆਪਣੀ ਸੋਚ ਬਦਲਣਗੇ, ਆਪਣੇ ਮਾਪਿਆਂ ਨੂੰ ਵੀ ਬਦਲਣਗੇ, ਆਪਣੇ ਘਰ ਦੇ ਜਿਹੜੇ ਸਿਚੁਏਸ਼ਨਸ ਉਹਨਾਂ ਨੂੰ ਵੀ ਬਦਲਣਗੇ। ਸਵਾਲ ਵੱਡਾ ਇਹ ਉੱਠਦਾ ਹੈ ਕਿ ਸਿੱਖ ਕੌਮ ਬਨਸਪਤ ਤੌਰ ਤੇ ਭਾਈ ਕਨ੍ਹਈਆ ਦਾ ਜਿਹੜਾ ਇੱਕ ਸਿਧਾਂਤ ਸੀ, ਗੁਰੂ ਨਾਨਕ ਦੇ ਘਰ ਦਾ ਇੱਕ ਸਿਧਾਂਤ ਸੀ ਕਿ ਉਸ ਸਿਧਾਂਤ ਤੇ ਪਹਿਰਾ ਦੇ ਰਹੀ ਹੈ, ਕਿਰਤ ਵੀ ਕਰ ਰਹੀ ਹੈ, ਵੰਡ ਕੇ ਵੀ ਛਕ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਔਰ ਨਾਮ ਸਿਮਰਨ ਬਾਣੀ ਨਾਲ ਵੀ ਜੁੜੀ ਹੈ।
ਪਰ ਸਵਾਲ ਤੇ ਉੱਠਦਾ ਨਾ ਕਿ ਅਸੀਂ ਜਦੋਂ ਨਿੱਜੀ ਤੌਰ ਤੇ ਦੇਖਦੇ ਹਾਂ ਕਿ ਸਾਡਾ ਜਿਹੜਾ ਸਮਾਜ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਿੱਖਲੀਗਰ ਸਿੱਖ ਸਮਾਜ ਖਾਸ ਕਰਕੇ ਜੰਮੂ ਕਸ਼ਮੀਰ ਦਾ, ਅਜੇ ਵੀ ਉਸ ਨੂੰ ਉਹ ਸਨਮਾਨ ਪ੍ਰਾਪਤ ਨਹੀਂ ਜਿਹੜਾ ਕਿ ਉਸ ਦਾ ਬਣਦਾ ਸੀ, ਜਿਹੜਾ ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕਦੇ ਮਿਲਿਆ ਸੀ। ਅਸੀਂ ਇਤਿਹਾਸ ਨੂੰ ਜੇ ਪੜ੍ਹੀਏ, ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਕਿ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਵਿੱਚ ਸ਼ਸਤਰਾਂ ਦੀ ਜਿਹੜੀ ਸਿੱਕਲ ਕਰਨ ਦੀ ਸੇਵਾ ਹੈ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸਿੱਖਲੀਗਰ ਸਿੱਖ ਸਮਾਜ ਨੂੰ ਹੀ ਪ੍ਰਮਾਣਿਤ ਤੌਰ ਤੇ ਸਨਮਾਨਿਤ ਕਰਕੇ ਦਿੱਤੀ ਗਈ ਸੀ। ਇਤਿਹਾਸਕ ਤੌਰ ਤੇ ਦੇਖੀਏ ਮਨਜੀਤ ਸਿੰਘ ਜੀ, ਵਿਲੀਅਮ ਗੋਬਲੇਟ ਲੈਟਨਰ ਦੀ ਕਿਤਾਬ ਹੈ ਹਿਸਟਰੀ ਆਫ ਇੰਡੀਜੀਨੀਅਸ ਐਜੂਕੇਸ਼ਨ ਇਨ ਪੰਜਾਬ ਸਿੰਸ ਅਨੈਕਸੇਸ਼ਨ ਐਂਡ 1882, ਉਹਦੇ ਵਿੱਚ ਉਹ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜਕਾਲ ਵਿੱਚ ਕਿਸੇ ਨੂੰ ਵੀ ਉਦੋਂ ਤੱਕ ਧਰਮਸ਼ਾਲਾ, ਗੁਰਦੁਆਰਾ, ਮੰਦਿਰ, ਮਸਜਿਦ ਨਹੀਂ ਸੀ ਬਣਾਉਣ ਦਿੰਦਾ ਜਦੋਂ ਤੱਕ ਨਾਲ ਇੱਕ ਸਕੂਲ ਨਹੀਂ ਸੀ ਬਣਾਇਆ ਜਾਂਦਾ। ਤੁਸੀਂ ਕਿਵੇਂ ਵੇਖਦੇ ਹੋ ਅੱਜ ਗੁਰੂ ਘਰਾਂ ਦੀ ਇਮਾਰਤਾਂ ਤੇ ਬਹੁਤ ਵੱਡੀਆਂ ਹੋ ਚੁੱਕੀਆਂ ਨੇ, ਉਹਦੇ ਵਿੱਚ ਸੰਗਤ ਲਈ ਤਾਂ ਬੜੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ, ਪਰ ਅਜਿਹੇ ਬੱਚੇ ਜਿਨ੍ਹਾਂ ਨੂੰ ਅੱਜ ਵੀ ਜੰਮੂ ਕਸ਼ਮੀਰ ਦਾ ਜਿਹੜਾ ਮੁੱਖ ਪੰਜਾਬੀ ਜਾਂ ਪੰਜਾਬੀ ਤਬਕਾ ਹੈ ਉਹ ਪ੍ਰਵਾਨ ਨਹੀਂ ਕਰਦਾ, ਗੁਰਦੁਆਰਿਆਂ ਵਿੱਚ ਕੀ ਥਾਂ ਦੇਗਾ, ਸਕੂਲਾਂ ਵਿੱਚ ਉਹਨਾਂ ਨੂੰ ਥਾਂ ਨਹੀਂ ਮਿਲ ਰਹੀ, ਔਰ ਆਪਣੇ ਜਿਹੜੇ ਉਹ ਸਕੂਲ ਜਿਨ੍ਹਾਂ ਦੇ ਨਾਂ ਗੁਰੂਆਂ ਤੇ ਸਕੂਲ ਨਾਵਾਂ ਤੇ ਸਥਾਪਿਤ ਨੇ, ਕਿਵੇਂ ਵੇਖਦੇ ਹੋ ਸਾਰੇ ਵਰਤਾਰੇ ਨੂੰ? ਤੁਹਾਡੀ ਸੰਸਥਾ ਕੀ ਸੋਚਦੀ ਹੈ, ਕਿਸ ਤਰ੍ਹਾਂ ਇਸ ਜਿਹੜਾ ਇਹ ਬੰਨ ਹੈ ਇਸ ਨੂੰ ਤੋੜਿਆ ਜਾਵੇ? ਦੇਖੋ ਜੀ, ਮੈਂ ਤਾਂ ਸਮਝਦਾ ਕਿ ਸਾਡੀ ਬੜੀ ਵੱਡੀ ਤਰਾਸਦੀ ਹੈ ਕਿ ਸਾਡੀ ਸਿੱਖ ਕੌਮ ਨੇ, ਨਾ ਕੇਵਲ ਮੈਂ ਜੰਮੂ ਕਸ਼ਮੀਰ ਦੀ ਗੱਲ ਨਹੀਂ ਕਰ ਰਿਹਾ, ਮੈਂ ਸਾਰੇ ਹਿੰਦੁਸਤਾਨ ਦੀ ਗੱਲ ਕਰ ਰਿਹਾ, ਅਸੀਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਆਪਣੇ ਕੋਲੋਂ ਦੂਰ ਕਰ ਛੱਡਿਆ। ਜਿਸ ਤਰ੍ਹਾਂ ਸਿੰਧੀ ਬਰਾਦਰੀ ਹੈ, ਸਿੱਖਲੀਗਰ ਬਰਾਦਰੀ ਹੈ, ਪਾਟਰਾ ਬਰਾਦਰੀ ਹੈ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੀ ਸਨ, ਉਹਨਾਂ ਨੂੰ ਬਹੁਤ ਦੂਰ ਕਰ ਛੱਡਿਆ ਸੀ। ਉਹ ਸਾਡੇ ਸਾਰੇ ਗੁਰੂ ਨਾਨਕ ਨਾਮ ਲੈਵਾ ਸਿੱਖ ਸਨ ਕਿਸੇ ਵੇਲੇ, ਲੇਕਿਨ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਸੀ ਕਿ ਉਹਨਾਂ ਨੂੰ ਗਲੇ ਲਾਈਏ, ਲੇਕਿਨ ਉਹ ਅਸੀਂ ਉਸ ਵਿੱਚ ਕਾਮਯਾਬ ਨਹੀਂ ਹੋਏ, ਉਹ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਸਾਡੀ ਆਪਣੀ ਵੀ ਗਲਤੀ ਹੈ। ਜੇ ਆਈਏ ਜੰਮੂ ਕਸ਼ਮੀਰ ਵਾਲੇ ਪਾਸੇ, ਤੇ ਅਸੀਂ ਪਿਛਲੇ 6 ਸਾਲ ਤੋਂ ਇਹੀ ਦੇਖ ਰਹੇ ਹਾਂ ਕਿ ਬੜੀ ਕੋਸ਼ਿਸ਼ ਕੀਤੀ ਅਸੀਂ ਕਿ ਸਿੱਖਲੀਗਰ ਬਸਤੀ ਨਾਲ ਲੋਕਾਂ ਨੂੰ ਜੋੜਿਆ ਜਾਏ, ਲੇਕਿਨ ਉਹ ਸ਼ਾਇਦ ਵਿਚਾਰ ਜਾਂ ਸੋਚ ਉਹਨਾਂ ਦੀ ਨਹੀਂ ਬਣ ਸਕੀ। ਅਸੀਂ ਜਦੋਂ ਪਹਿਲੀ ਵਾਰੀ ਗਏ ਸਾਂ ਸਿੱਖਲੀਗਰ ਕਲੋਨੀ 'ਚ, ਤੇ ਯਕੀਨ ਜਾਣਿਓ ਸਾਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਕਿਸੇ ਹੋਰ ਦੁਨੀਆ 'ਚ ਆ ਗਏ ਹਾਂ, ਇੱਥੇ ਵੀ ਇਸ ਤਰ੍ਹਾਂ ਦੇ ਲੋਕ ਵੀ ਰਹਿੰਦੇ ਨੇ ਇੱਥੇ। ਖੈਰ ਅਸੀਂ ਕੋਸ਼ਿਸ਼ ਕੀਤੀ ਕਿ ਨਹੀਂ, ਕਿਸੇ ਤਰੀਕੇ ਵੀ ਜਿਤਨੀ ਵੀ ਸਾਡੇ ਕੋਲ ਹੋ ਸਕਦਾ ਹੈ, ਜਿਤਨੀ ਵੀ ਸਾਡੀ ਸਮਰੱਥਾ ਹੋਏ, ਜਿਤਨੀ ਵੀ ਸਾਡੀ, ਕਿਉਂਕਿ ਕਿਸੇ ਵੀ ਸੰਸਥਾਨ ਵਾਸਤੇ 2 ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਇੱਕ ਤੇ ਲੋਕਾਂ ਦਾ ਜੁੜਨਾ ਨਾਲ ਬਹੁਤ ਜ਼ਰੂਰੀ ਹੈ, ਕਿਉਂਕਿ ਟਾਈਮ ਕੱਢਣਾ, ਵਕਤ ਦੇਣਾ ਸਭ ਤੋਂ ਕੀਮਤੀ ਟਾਈਮ ਹੀ ਹੈ, ਇਸ ਵਕਤ ਵਕਤ ਹੀ ਹੈ। ਸੋ ਇਹ ਕੋਸ਼ਿਸ਼ ਇਹੀ ਸੀ ਕਿ ਸਾਰੇ ਮਿਲ ਕੇ ਉੱਥੇ ਜਾਈਏ, ਉਹਨਾਂ ਨਾਲ ਬੈਠੀਏ, ਦੇਖੀਏ, ਉਹਨਾਂ ਦੇ ਦੁੱਖ ਦਰਦ ਵੰਡੀਏ ਤੇ ਕੁਝ ਕਰ ਸਕੀਏ। ਅਸੀਂ ਕਿੱਥੇ ਤੱਕ ਕਾਮਯਾਬ ਹੋਇਆ ਮੈਂ ਤਾਂ ਸਮਝਦਾ ਹਾਲੇ ਅਸੀਂ ਸ਼ੁਰੂਆਤ ਹੀ ਹੈ ਸਾਡੀ। ਕੋਸ਼ਿਸ਼ ਇਹੀ ਕੀਤੀ ਹੈ ਬੇਘਰਾਂ ਵਾਸਤੇ ਕੁਝ ਨਾ ਕੁਝ ਅਸੀਂ ਕਰ ਸਕੀਏ, ਤੇ ਉਹ ਤਾਂ ਹੀ ਹੋ ਸਕਦਾ ਹੈ ਜੇ ਸਾਡੀ ਸਾਰਿਆਂ ਦੀ ਸੋਚ ਇੱਕ ਕੰਬਾਈਨਡ ਸੋਚ ਬਣੇਗੀ। ਸੋ ਉਸ ਸੋਚ ਨੂੰ ਲੈ ਕੇ ਅਸੀਂ ਚੱਲੇ, ਅਸੀਂ ਕੋਈ ਡਾਕੂਮੈਂਟਰੀ ਵੀ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਈ, ਅੱਛੇ ਰਿਸਪਾਂਸ ਵੀ ਹੈ ਨੇ, ਲੇਕਿਨ ਜਦ ਤੱਕ ਔਨ ਗਰਾਊਂਡ ਅਸੀਂ ਜੋੜਾਂਗੇ ਨਹੀਂ, ਸ਼ਾਇਦ ਅਸੀਂ ਕੁਝ ਕਰ ਨਾ ਸਕੀਏ। ਕਿਉਂਕਿ ਸਿੱਖਲੀਗਰ ਕਲੋਨੀ 'ਚ ਬਹੁਤ ਕਰਨ ਦੀ ਲੋੜ ਹੈ, ਐਜੂਕੇਸ਼ਨ ਦੀ ਲੋੜ ਹੈ, ਉੱਥੇ ਉਹਨਾਂ ਨੂੰ ਧਰਮ ਨਾਲ ਜੋੜਨ ਦੀ ਲੋੜ ਹੈ, ਉੱਥੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਲੋੜ ਹੈ, ਜੋ ਉੱਥੇ ਬਹੁਤ ਜ਼ਿਆਦਾ ਨੇ। ਅਸੀਂ ਜੋ ਦੇਖਿਆ ਪਹਿਲੇ ਸ਼ੁਰੂ 'ਚ, ਕਿਉਂਕਿ ਅਸੀਂ ਪਹਿਲੀ ਵਾਰੀ ਜਦੋਂ ਗਏ ਤਾਂ ਸਾਨੂੰ ਉਹਨਾਂ ਨੇ ਇਹੀ ਸੋਚਿਆ ਸੀ ਕਿ ਪਤਾ ਨਹੀਂ ਇਹ ਕੀ ਵੰਡਣ ਆਏ ਨੇ ਇੱਥੇ, ਲੇਕਿਨ ਅਸੀਂ ਵੰਡਣ ਕੀ ਗਏ ਸਾਂ, ਅਸੀਂ ਤਾਂ ਕਿਹਾ ਸੀ ਐਜੂਕੇਸ਼ਨ ਵੰਡਣੀ ਹੈ, ਤੁਹਾਨੂੰ ਅਸੀਂ ਪੜ੍ਹਾਉਣਾ ਹੈ, ਤੁਹਾਨੂੰ ਇਸ ਪਾਸੇ ਜੋੜਨਾ ਸੀ। ਸੋ ਅਸੀਂ ਸਾਡੀ ਕੋਸ਼ਿਸ਼ ਜਾਰੀ ਰਹੇਗੀ, ਜਿਸ ਤਰ੍ਹਾਂ ਵੀ ਹੋਏਗਾ। ਸਹਿਯੋਗ ਸੰਗਤਾਂ ਦਾ ਹੀ ਚਾਹੀਦਾ ਹੈ, ਤੇ ਉਸ ਏਰੀਏ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਬਾਹਰ ਕੱਢਣਾ, ਕਿਉਂਕਿ ਇੱਕ ਬਹੁਤ ਵੱਡਾ ਏਰੀਆ। ਇਸ ਤੋਂ ਇਲਾਵਾ ਵੀ 2-3 ਜਗ੍ਹਾ ਹੋਰ ਰਹਿੰਦੇ ਨੇ, ਉਦਮਪੁਰ ਵਿੱਚ ਹੀ ਰਹਿ ਰਹੇ ਨੇ, ਅਸੀਂ ਉਹਨਾਂ ਤੱਕ ਵੀ ਅਪਰੋਚ ਕੀਤੀ ਹੈ। ਉੱਥੋਂ ਦੇ ਨਿੱਜੀ ਲੋਕਾਂ ਨੇ ਵੀ ਸਾਨੂੰ ਕਿਹਾ ਇਹਨਾਂ ਵਾਸਤੇ, ਅਸੀਂ ਕੀਤਾ ਵੀ ਹੈ ਉਹਨਾਂ ਵਾਸਤੇ ਥੋੜ੍ਹਾ ਬਹੁਤ, ਲੇਕਿਨ ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕੇ, ਕਿਉਂਕਿ ਮੈਨ ਪਾਵਰ ਬਹੁਤ ਜ਼ਰੂਰੀ ਹੈ। ਕਿਸੇ ਕੰਮ ਵਾਸਤੇ ਵੀ, ਸੇਵਾ ਕਰਨ ਵਾਸਤੇ ਹੱਥੀਂ ਸੇਵਾ ਕਰਨੀ ਪੈਂਦੀ ਹੈ, ਉਹਦੇ ਵਾਸਤੇ ਵੀ ਕਿਤੇ ਨਾ ਕਿਤੇ ਕਮਜ਼ੋਰੀਆਂ ਨੇ। ਸੋ ਮੇਰੀ ਅੱਜ ਦੇ ਸਿੱਖ ਸਮਾਜ ਜਿਹੜਾ J&K ਦਾ, ਉਹਨੂੰ ਵੀ ਇਹੀ ਅਪੀਲ ਹੈ ਕਿ ਆਓ ਸਾਰੇ ਮਿਲ ਕੇ ਯਤਨ ਕਰੀਏ ਕਿ ਜਿਹੜੇ ਲੋਕਾਂ ਨੂੰ ਲੋੜ ਹੈ ਕਿਸੇ ਚੀਜ਼ ਦੀ ਉਹਨਾਂ ਤੱਕ ਪਹੁੰਚਾਈਏ। ਜਿਹੜੇ ਆਲਰੇਡੀ ਸੰਪੰਨ ਹੈ ਉਹਨਾਂ ਨੂੰ ਅਸੀਂ ਦੇ ਕੇ ਵੀ ਕੀ ਕਰਨਾ ਹੈ, ਉਹ ਆਪ ਵੀ ਕਰ ਸਕਦੇ ਨੇ। ਅੱਜ ਤੁਸੀਂ ਦੇਖ ਲਓ ਸਾਡੇ ਕੋਲ ਇਸ ਸਾਲ 12-13 ਬੱਚੇ KS ਕੁਆਲੀਫਾਈ ਕਰ ਗਏ ਨੇ। ਉਹ ਕਿਉਂ ਕੀਤੇ ਨੇ? ਉਹਨਾਂ ਦੀ ਸੋਚ ਬਣੀ, ਉਹਨਾਂ ਨੇ ਕੁਝ ਕਰਨਾ ਸੀ। ਇਹੀ ਹਾਲਤ ਕਸ਼ਮੀਰ ਦੇ ਕਾਊਂਟਰ ਪਾਰਟ ਵਿੱਚ ਦੇਖੀਏ ਤਾਂ ਕੋਈ ਨਹੀਂ ਬਣ ਸਕਿਆ, ਕਿਤੇ ਨਾ ਕਿਤੇ ਉਹਨਾਂ 'ਚ ਵੀ ਕਮੀ ਹੈ। ਸੋ ਇਹ ਅਸੀਂ ਕੋਸ਼ਿਸ਼ ਇਹੀ ਕਰਨੀ ਹੈ ਕਿ ਇਹ ਕਿਸੇ ਤਰੀਕੇ ਕੰਪੀਟੀਟਿਵ ਜਿਹੜਾ ਯੁੱਗ ਚੱਲ ਰਿਹਾ ਇਹਦੇ ਵਾਸਤੇ ਐਜੂਕੇਸ਼ਨ ਨੂੰ ਤਿਆਰ ਕਰੀਏ। ਮਨਜੀਤ ਸਿੰਘ ਜੀ, ਸਵਾਲ ਤੇ ਕਈ ਵਾਰ ਇਹ ਵੀ ਉੱਠਦਾ ਨਾ ਕਿ ਖਾਸ ਕਰਕੇ ਜਿਵੇਂ ਤੁਸੀਂ ਸਿੱਖਲੀਗਰ ਸਿੱਖ ਸਮਾਜ ਦੀ ਗੱਲ ਕਰ ਰਹੇ ਹੋ, ਖਾਸ ਕਰ ਜੰਮੂ ਕਸ਼ਮੀਰ ਤੇ ਜਦੋਂ ਗੁਰਦੁਆਰਾ ਪ੍ਰਬੰਧਕ ਦੀਆਂ ਬੋਰਡ ਦੀਆਂ ਜਾਂ ਇਲੈਕਸ਼ਨਾਂ ਆਉਂਦੀਆਂ ਨੇ ਤੇ ਇਹਨਾਂ ਲੋਕਾਂ ਨੂੰ ਕੇਵਲ ਵੋਟ ਦੇ ਖਾਤਰ ਹੀ ਵਰਤਿਆ ਜਾਂਦਾ, ਉਸ ਤੋਂ ਪਹਿਲਾਂ ਵੀ ਇਹਨਾਂ ਨੂੰ ਨਹੀਂ ਪੁੱਛਿਆ ਜਾਂਦਾ ਤੇ ਉਸ ਤੋਂ ਮਗਰੋਂ ਵੀ ਨਹੀਂ ਪੁੱਛਿਆ ਜਾਂਦਾ।
ਕਿਵੇਂ ਵੇਖਦੇ ਹੋ ਰਵਿੰਦਰ ਕੌਰ ਜੀ, ਉੱਤਰ ਆਧੁਨਿਕ ਯੁੱਗ ਹੈ, 21ਵੀਂ ਸਦੀ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਸਾਡੇ ਕੋਲ ਬਹੁਤੀਆਂ ਸੰਸਥਾਵਾਂ ਨੇ ਕਾਰਜ ਕਰ ਰਹੀਆਂ ਨੇ ਔਰ ਸ਼ਲਾਘਾਯੋਗ ਨੇ ਜੋ ਕਾਰਜ ਕਰ ਰਹੀਆਂ ਨੇ, ਪਰ ਅੱਜ ਦੇ ਸਮੇਂ ਵਿੱਚ ਹਾਲਾਤ ਵੀ ਬਦਲ ਚੁੱਕੇ ਨੇ, ਸੋਸ਼ਲ ਮੀਡੀਆ ਦਾ ਯੁੱਗ ਹੈ। ਕਿਵੇਂ ਦੇਖਦੇ ਹੋ ਨਵੇਂ ਕਿਹੜੀਆਂ ਜੁਗਤਾਂ ਵਰਤੀਆਂ ਜਾਣ ਕਿ ਨਵੇਂ ਦੌਰ ਵਿੱਚ ਇਹਨਾਂ ਲੋਕਾਂ ਨੂੰ ਆਪਣੇ ਨਾਲ ਜੋੜਿਆ ਵੀ ਜਾ ਸਕੇ ਅਤੇ ਸਮਾਧਾਨ ਵੀ ਕੱਢੇ ਜਾ ਸਕਣ? ਅੱਜ ਦੇ ਯੁੱਗ ਵਿੱਚ ਜਿਹੜਾ ਮਾਡਰਨਾਈਜੇਸ਼ਨ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਸਭ ਤੋਂ ਪਹਿਲੇ ਅਸੀਂ ਇੱਕ ਮਦਰ ਨੂੰ ਟ੍ਰੇਨ ਕਰਨਾ ਹੈ। ਸਭ ਤੋਂ ਪਹਿਲੇ ਅਗਰ ਅਸੀਂ ਕਾਉਂਸਲਿੰਗ ਕਰਨੀ ਹੈ ਕਿਸੇ ਦੀ, ਉਹ ਇੱਕ ਮਾਂ ਦੀ ਕਾਉਂਸਲਿੰਗ ਕਰਨੀ ਹੈ। ਇੱਕ ਮਾਂ ਜਿਹੜੀ ਹੈ ਪੂਰੇ ਘਰ ਦਾ ਵਾਤਾਵਰਣ ਚੇਂਜ ਕਰ ਸਕਦੀ ਹੈ। ਇੱਕ ਮਾਂ ਜਿਹੜੀ ਹੈ ਇੱਕ ਬੱਚੇ ਵਿੱਚ ਮੋਰਲ ਐਜੂਕੇਸ਼ਨ, ਦੁਨਾਵੀ ਐਜੂਕੇਸ਼ਨ, ਅਧਿਆਤਮਿਕ ਐਜੂਕੇਸ਼ਨ, ਉਹ ਸਾਰੀ ਐਜੂਕੇਸ਼ਨ ਜਿਹੜੀ ਹੈ ਫਸਟ ਟੀਚਰ ਬੱਚੇ ਦੀ ਜਿਹੜੀ ਹੈ ਉਹ ਮਦਰ ਹੈ। ਤੇ ਮੇਰਾ ਇਸ ਵਕਤ ਮੇਨ ਫੋਕਸ ਇਹੋ ਹੈ ਕਿ ਅਗਰ ਅਸੀਂ ਕਿਸੇ ਨੂੰ ਟ੍ਰੇਨ ਕਰਨਾ ਚਾਹੀਏ, ਸਿਗਲੀਗਰ ਕਾਲੋਨੀ ਵਿੱਚ ਵੀ ਅਗਰ ਅਸੀਂ ਕਾਉਂਸਲਿੰਗ ਕਰਦੇ ਹਾਂ ਤੇ ਅਸੀਂ ਮਦਰਸ ਦੀ ਕਾਉਂਸਲਿੰਗ ਬਹੁਤ ਜ਼ਿਆਦਾ ਕਰਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਇਹਨਾਂ ਵਿੱਚ ਇੰਨਾ ਪਾਵਰ ਹੈ ਕਿ ਇਹ ਇਸ ਵਿੱਚ ਸੁਧਾਰ ਕਰ ਸਕਦੇ ਹਨ। ਬਾਕੀ ਅਸੀਂ ਅਗਰ ਛੋਟੇ ਬੱਚਿਆਂ ਦੀ ਗੱਲ ਕਰੀਏ, ਛੋਟੇ ਬੱਚਿਆਂ ਨੇ ਵੀ ਆਪਣੇ ਮਾਂ-ਬਾਪ ਦੀ ਗੱਲ ਹੀ ਸੁਣਨੀ ਹੈ ਤੇ ਸਾਨੂੰ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਇਸ ਵਕਤ ਦੇਣਾ ਚਾਹੀਦਾ ਹੈ ਉਹ ਮਦਰਸ ਦੀ ਕਾਉਂਸਲਿੰਗ ਤੇ ਦੇਣਾ ਚਾਹੀਦਾ ਹੈ। ਤੇ ਮੇਰੀ ਸਾਰੇ ਸਿੱਖ ਕੌਮ ਅੱਗੇ ਅਪੀਲ ਵੀ ਹੈ, ਸਾਡੇ ਕੋਲ ਇੰਨੇ ਆਲੀਸ਼ਾਨ ਗੁਰਦੁਆਰਾ ਸਾਹਿਬ ਹਨ, ਜੇ ਸਾਰੀ ਕਮੇਟੀਆਂ ਮਿਲ ਕੇ ਥੋੜੀ ਜੀ ਜਗ੍ਹਾ ਕੱਢ ਕੇ ਸਾਨੂੰ ਮਦਰਸ ਵਾਸਤੇ ਕਾਉਂਸਲਿੰਗ ਸੈਸ਼ਨਸ ਦਾ ਇੱਕ ਚਾਂਸ ਦੇਣ, ਤਾਂ ਕਿ ਅਸੀਂ ਉਹਨਾਂ ਲੇਡੀਜ਼ ਤੱਕ ਪਹੁੰਚੀਏ, ਹਰ ਆਪਣੀ ਮਦਰ ਤੱਕ ਪਹੁੰਚੀਏ, ਜਿਹੜੀ ਸਾਡੀ ਕੌਮ ਦੀ ਮਦਰ, ਜਿਹੜੀ ਸਾਡਾ ਭਵਿੱਖ ਹੈ ਅੱਗੇ, ਸਾਡਾ ਬੱਚਾ ਹੈ, ਅਸੀਂ ਉਸ ਨੂੰ ਇਸ ਯੁੱਗ ਵਿੱਚ ਉਹਦੀ ਮੋਰਲ ਐਜੂਕੇਸ਼ਨ ਜਿਹੜੀ ਹੈ ਉਹ ਉਨੀ ਇੰਪੋਰਟੈਂਟ ਹੈ ਜਿੰਨੀ ਉਹਦੀ ਦੁਨਾਵੀ ਐਜੂਕੇਸ਼ਨ ਹੈ। ਜੇ ਬੱਚੇ ਦੀ ਮੋਰਲ ਐਜੂਕੇਸ਼ਨ ਸਟਰੋਂਗ ਨਹੀਂ ਹੋਏਗੀ, ਤੁਸੀਂ ਬੱਚੇ ਨੂੰ ਭਾਵੇਂ ਡਾਕਟਰ ਬਣਾਓ, ਇੰਜੀਨੀਅਰ ਬਣਾਓ, ਤੁਸੀਂ ਜੋ ਮਰਜ਼ੀ ਕਰਾ ਲਓ, ਲੇਕਿਨ ਉਹ ਬੱਚਾ ਇੱਕ ਅੱਛਾ ਸਿਟੀਜ਼ਨ, ਇੱਕ ਅੱਛਾ ਕੌਮ ਵਾਸਤੇ ਕਰਨ ਨੂੰ ਤਿਆਰ ਨਹੀਂ ਹੋਏਗਾ। ਤੇ ਮੇਰੀ ਇਸ ਵਕਤ ਸਿਰਫ ਇੰਨਾ ਹੀ ਹੈ ਕਿ ਜਿੰਨਾ ਅਸੀਂ ਮਾਡਰਨਾਈਜੇਸ਼ਨ ਵਿੱਚ ਜਾ ਰਹੇ ਹਾਂ, ਇੰਨਾ ਅਸੀਂ ਆਪਣੀ ਬੱਚੀਆਂ ਨੂੰ, ਆਪਣੀ ਮਦਰਸ ਨੂੰ ਟ੍ਰੇਨ ਕਰਨਾ ਹੈ। ਅਸੀਂ ਮਦਰਸ ਨੂੰ ਟ੍ਰੇਨ ਕਰਾਂਗੇ ਤੇ ਸਾਡੇ ਬੱਚੇ ਟ੍ਰੇਨ ਹੋ ਜਾਣਗੇ। ਇੱਕ ਸਵਾਲ ਵਾਰ-ਵਾਰ ਜਿਹੜਾ ਉੱਠਦਾ ਹੈ ਕਿ ਅਸੀਂ ਆਪਣੀ ਮਾਵਾਂ ਪ੍ਰਤੀ ਸੁਚੇਤ ਹੋਣਾ ਹੈ। ਜਿਸ ਘਰ ਦੀ ਮਾਂ ਸੁਚੇਤ ਹੋਵੇਗੀ ਉਹ ਘਰ ਪੂਰਾ ਪ੍ਰਫੁੱਲਤ ਹੋਵੇਗਾ, ਚਾਹੇ ਉਹ ਸੱਭਿਆਚਾਰਕ ਤੌਰ ਤੇ ਹੋਵੇ, ਧਾਰਮਿਕ ਤੌਰ ਤੇ ਹੋਵੇ ਜਾਂ ਫਿਰ ਉਹ ਸਾਂਸਕ੍ਰਿਤਿਕ ਤੌਰ ਤੇ ਹੋਵੇ। ਗੁਰਵਿੰਦਰ ਕੌਰ ਜੀ, ਕਿਵੇਂ ਵੇਖਦੇ ਹੋ ਸਾਰੇ ਵਰਤਾਰੇ ਨੂੰ? ਕਿਉਂਕਿ ਗੱਲਾਂ ਤਾਂ ਬਹੁਤ ਹੁੰਦੀਆਂ ਨੇ, ਹਰ ਕੋਈ ਆਪਣੇ ਹਿਸਾਬ ਨਾਲ ਆਪਣੀਆਂ ਰਾਵਾਂ ਵੀ ਦਿੰਦਾ ਹੈ ਕਿ ਕਿਵੇਂ ਸਮਾਧਾਨ ਕੱਢੇ ਜਾ ਸਕਣ, ਕਿਵੇਂ ਸਮਾਧਾਨ ਸਮਾਜ ਸਾਹਮਣੇ ਪੇਸ਼ ਕੀਤੇ ਜਾ ਸਕਣ ਕਿ ਸਾਡੀ ਸੰਸਥਾ ਜਾਂ ਕੋਈ ਵੀ ਸੰਸਥਾ ਵਿਸ਼ੇਸ਼ ਕਾਰਜ ਕਰ ਰਹੀ ਹੈ। ਪਰ ਜਦੋਂ ਅਸੀਂ ਕਹਿੰਦੇ ਹਾਂ ਖੇਤਰੀ ਤੌਰ ਤੇ ਉਹ ਕਾਰਜ ਜਿਹੜੇ ਨੇ ਕਰਨ ਵੇਲੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਿਕਸ ਫਾਰ ਆਲ ਫਾਊਂਡੇਸ਼ਨ ਨਿਰੰਤਰ ਤੌਰ ਤੇ 2016 ਤੋਂ ਕੰਮ ਕਰਦੀ ਆ ਰਹੀ ਹੈ। ਕਿਹੋ ਜਿਹੀਆਂ ਸਮੱਸਿਆਵਾਂ, ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ? ਖਾਸ ਤੌਰ ਤੇ ਮੈਂ ਇਸ ਕਰਕੇ ਇਹ ਪ੍ਰਸ਼ਨ ਪੁੱਛ ਰਿਹਾ ਕਿ ਕਈ ਵਾਰ ਆਪਣਿਆਂ ਵੱਲੋਂ ਹੀ ਉਂਗਲਾਂ ਚੁੱਕੀਆਂ ਜਾਂਦੀਆਂ ਨੇ, ਅਜਿਹੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਹਾਂਜੀ, ਦੇਖੋ ਜੀ, ਸਿਕਸ ਫॉर ਆਲ ਜਿਸਲੇ ਅਸੀਂ ਸ਼ੁਰੂ ਕੀਤਾ ਸੀ ਤੇ ਅਸੀਂ ਸਾਂਝਾ ਹੀ ਗਰੁੱਪ ਸੀ, ਉਹਦੇ ਵਿੱਚ ਅਸੀਂ ਮੇਲ ਤੇ ਫੀਮੇਲ ਸਾਰੇ ਜਿਹੜੇ ਇਕੱਠੇ ਹੀ ਕੰਮ ਕਰਦੇ ਸਨ, ਵੋਲੰਟੀਅਰਲੀ ਜੋ ਕਰ ਰਹੇ ਸੀ। ਲੇਕਿਨ ਜਿਸ ਟਾਈਮ ਤੇ ਅਸੀਂ ਇੱਥੇ ਸਿਕਲੀਗੜ ਕਾਲੋਨੀ ਵਿੱਚ ਜਿਸਲੇ ਆਏ ਤੇ ਇੱਥੇ ਅਸੀਂ ਬਹੁਤ ਸਾਰੀ ਜੋ ਲੇਡੀਜ਼ ਹਨ, ਮਤਲਬ ਜੋ ਫੈਮਲੀਜ਼ ਹਨ, ਉਹਨਾਂ ਦੀ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਕਿ ਮਾਵਾਂ ਨੂੰ ਜਿਸ ਤਰ੍ਹਾਂ ਮਤਲਬ ਐਜੂਕੇਟ ਕਰਨਾ ਚਾਹੀਦਾ, ਮਾਵਾਂ ਤੱਕ ਜੋੜਨਾ ਚਾਹੀਦਾ, ਤੇ ਉਸ ਚੀਜ਼ ਤੇ ਜਿਸਲੇ ਜਾਣਾ ਸੀ ਅਸੀਂ ਤੇ ਸਾਨੂੰ ਇਹ ਲੱਗਿਆ ਕਿ ਜਿਹੜੀ ਵਿਮਨ ਵਿੰਗ ਹੈ ਸਾਡੀ ਤੇ ਆਪਣੇ ਇਸ ਸਿਕਸ ਫॉर ਆਲ ਫਾਊਂਡੇਸ਼ਨ ਦੀ, ਉਸ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਤੇ ਕਿਉਂਕਿ ਜੇ ਉਹਨਾਂ ਦੇ ਘਰਾਂ ਤੱਕ ਜਾਣਾ ਹੈ ਤੇ ਇੱਕ ਔਰਤ ਹੀ ਔਰਤ ਨੂੰ ਸਮਝ ਸਕਦੀ ਹੈ। ਤੇ ਉਸ ਲਈ ਅਸੀਂ ਜੋ ਸਿਕਸ ਫॉर ਆਲ ਫਾਊਂਡੇਸ਼ਨ ਦੀ ਜੇ ਇੱਕ ਵਿਮਨ ਵਿੰਗ ਤਿਆਰ ਹੋਈ ਸਾਡੀ, ਤੇ ਅਸੀਂ ਉਹਦੇ ਵਿੱਚ ਅਸੀਂ ਜਾ ਕੇ ਉਨ ਲੇਡੀਜ਼ ਨੂੰ ਮਿਲੇ ਜੋ ਮਾਵਾਂ ਹਨ, ਜਿਨ੍ਹਾਂ ਦੇ ਬੱਚਿਆਂ ਨੂੰ ਅਸੀਂ ਐਜੂਕੇਟ ਕਰਨਾ ਸੀ। ਉਨ ਬੱਚਿਆਂ ਨੂੰ ਅਸੀਂ ਕਨਵਿੰਸ ਤਾਂ ਹੀ ਕਰ ਸਕਦੇ ਹਾਂ, ਲਿਆ ਸਕਦੇ ਸੀ ਜੇ ਮਾਵਾਂ ਦਾ ਹੀ ਅਗਰ ਰੋਲ ਸਹੀ ਹੋਏਗਾ। ਤੇ ਉਹਨਾਂ ਦੇ ਘਰਾਂ ਤੱਕ ਜਾ ਕੇ ਅਸੀਂ ਉਹਨਾਂ ਦੇ ਮਾਵਾਂ ਨੂੰ ਵੀ ਅਸੀਂ ਕਾਉਂਸਲਿੰਗ ਕੀਤੀ। ਅੱਜ ਹੁਣ ਮਾਵਾਂ ਨਾਲ ਵੀ ਜੁੜੇ ਤੇ ਅਸੀਂ ਉਹਨਾਂ ਨੂੰ ਇਹੀ ਸਮਝਾਇਆ ਕਿ ਜੇ ਉਹਨਾਂ ਦੇ ਬੱਚੇ ਅਗਰ ਪੜ੍ਹ ਲੈਣਗੇ ਤੇ ਇੱਕ ਘਰ ਜਿਹੜਾ ਤੁਹਾਡਾ ਇੱਕ ਬਦਲਾਵ ਜਿਹੜਾ ਘਰ ਵਿੱਚ ਆ ਜਾਏਗਾ। ਤੇ ਜਿਸ ਦੇ ਕਰਕੇ ਅਸੀਂ ਲੋਕ ਉੱਥੇ ਉਹਨਾਂ ਦੀ ਕਾਉਂਸਲਿੰਗ ਸੈਸ਼ਨਸ ਕਰਕੇ ਔਰ ਫਿਰ ਬੱਚਿਆਂ ਨੂੰ ਅਸੀਂ ਜਿਹੜਾ ਕਨਵਿੰਸ ਕਰਕੇ ਅਸੀਂ ਬੱਚਿਆਂ ਨੂੰ ਐਜੂਕੇਟ ਕਰਨਾ ਸ਼ੁਰੂ ਕੀਤਾ। ਇਸ ਦੇ ਇਲਾਵਾ ਜਿਸ ਤਰ੍ਹਾਂ ਦੇਖਿਆ ਜਾਏ ਕਿ ਜੋ ਲੇਡੀਜ਼ ਉੱਥੇ ਦੀਆਂ ਉਹ ਆਪ ਜੋ ਇੰਨਾ ਕੋਈ ਕੰਮ ਨਹੀਂ ਕਰਦੀ, ਇੱਕ ਭਾਂਡੇ ਵਾਲਾ ਕੰਮ ਜਿਸ ਤਰ੍ਹਾਂ ਧੋਣ ਦਾ ਕੰਮ ਉਹੀ ਕਰਦੀ ਸਨ। ਤੇ ਇਹ ਕਿ ਅਸੀਂ ਲੋਕਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਥੋੜ੍ਹਾ ਵੋਕੇਸ਼ਨਲ ਜੋ ਹੈ ਟ੍ਰੇਨਿੰਗ ਜਿਹੜੀ ਉਹ ਵੀ ਸ਼ੁਰੂ ਕੀਤੀ, ਜਿਸ ਦੇ ਲਈ ਜਿਸ ਤਰ੍ਹਾਂ ਅਸੀਂ ਉਨ ਮਾਵਾਂ ਨੂੰ ਅਸੀਂ ਸਵਿੰਗ ਮਸ਼ੀਨਸ ਜੋ ਹੈ ਪ੍ਰੋਵਾਈਡ ਕੀਤੀਆਂ ਜੋ ਲੇਡੀਜ਼ ਕਰ ਸਕਦੀ ਸਨ, ਸਵਿੰਗ ਦਾ ਮਸ਼ੀਨਸ ਦਾ ਕੰਮ।
ਤੇ ਉਹਨਾਂ ਨੂੰ ਆਪਣਾ ਸੈਲਫ ਐਮਪਲੋਇਮੈਂਟ ਦੀ ਤਰ੍ਹਾਂ ਉਹਨਾਂ ਕੋਲੋਂ ਅਸੀਂ ਇੱਕ ਸਟਫ ਟॉयਜ਼ ਦਾ ਕੰਮ, ਜਿਸ ਤਰ੍ਹਾਂ ਸਟਫ ਟॉयਜ਼ ਬਣਾਉਂਦੇ ਨੇ, ਅਸੀਂ ਉਹ ਉਹਨਾਂ ਕੋਲ ਬਣਵਾਏ। ਫਿਰ ਅਸੀਂ ਉਸ ਦੇ ਬਾਅਦ ਉਹਨਾਂ ਕੋਲੋਂ ਜੂਟ ਬੈਗਸ, ਤੁਹਾਨੂੰ ਅਸੀਂ ਲੈ ਕੇ ਨਹੀਂ ਆਏ, ਜੂਟ ਬੈਗਸ ਅਸੀਂ ਉਹਨਾਂ ਨੂੰ ਦੱਸਿਆ ਬਣਾਉਣ ਲਈ। ਫਿਰ ਉਹਨਾਂ ਨੇ ਉਹ ਜੂਟ ਬੈਗਸ ਬਣਾਏ। ਇਹ ਸਾਡਾ ਮੋਟਿਵ ਇੱਕ ਸੀ ਕਿ ਉਹ ਇਸ ਚੀਜ਼ ਨੂੰ ਸਿੱਖ ਕੇ ਆਪਣੀ ਸੈਲਫ ਐਮਪਲੋਇਮੈਂਟ ਕਰ ਸਕਦੀ ਹਨ ਤੇ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਨੂੰ ਅਗਰ ਪੜ੍ਹਾਈ ਦੇ ਪਾਸੇ ਜਿਹੜਾ ਲਗਾਉਣ ਵਿੱਚ ਅਗਰ ਉਹਨਾਂ ਨੂੰ ਕੱਲ੍ਹ ਨੂੰ ਜ਼ਰੂਰਤ ਪੈਂਦੀ ਹੈ ਤਾਂ ਔਰ ਅੱਛਾ ਕਰ ਸਕਦੀ ਹੈ। ਖਾਸ ਕਰ ਜੋ ਛੋਟੀ ਬੱਚੀਆਂ ਜਿਸ ਤੋਂ ਥੋੜਾ ਬੜੇ ਹੋਣਗੀਆਂ ਉਹ ਵੀ ਆਪਣਾ ਸੈਲਫ ਐਮਪਲੋਇਮੈਂਟ, ਕਿਉਂਕਿ ਐਜੂਕੇਸ਼ਨ ਫੀਲਡ ਸਾਡੀ ਤੇ ਚਲਦੀ ਪਈ ਹੈ, ਲੇਕਿਨ ਕਈ ਬੱਚਿਆਂ ਦਾ ਟੈਲੈਂਟ ਐਸਾ ਵੀ ਹੁੰਦਾ ਹੈ ਕਿ ਅਗਰ ਅਸੀਂ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਦੇਈਏ, ਜੋ ਅਸੀਂ ਸਾਡੀ ਸੰਸਥਾ ਹਾਲੇ ਇਸ ਪਾਸੇ ਹੋਰ ਕੰਮ ਕਰ ਰਹੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਉਹ ਵੀ ਜ਼ਿਆਦਾ ਦਿੱਤੀ ਜਾਏ ਤਾਂ ਕਿ ਉਹ ਸੈਲਫ ਐਮਪਲੋਇਡ ਜਿਹੜੇ ਉਹ ਕੱਲ੍ਹ ਨੂੰ ਹੋਣ। ਇਹ ਸਾਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਬੱਚਿਆਂ ਨੂੰ ਕਿਵੇਂ ਵਧੀਆ ਢੰਗ ਨਾਲ ਅੱਗੇ ਤਾਂ ਹੀ ਲਿਜਾਇਆ ਜਾ ਸਕਦਾ ਜੇ ਘਰੇਲੂ ਮਾਹੌਲ ਵਧੀਆ ਹੋਵੇਗਾ, ਜੇ ਘਰ ਦੀ ਆਰਥਿਕ ਜਿਹੜੀ ਹਾਲਤ ਹੈ ਉਹ ਵਧੀਆ ਹੋਵੇਗੀ ਤਾਂ ਹੀ ਕੋਈ ਘਰ ਜਿਹੜਾ ਉਹ ਵਿਕਾਸ ਕਰ ਸਕਦਾ ਅਤੇ ਉਹ ਘਰ ਪੰਥ ਦੇ ਵਿਕਾਸ ਲਈ ਆਪਣਾ ਯੋਗਦਾਨ ਦੇ ਸਕਦਾ। ਇਹ ਸਾਰੀ ਗੱਲ ਜਿਹੜੇ ਤੁਸੀਂ ਮੇਰੇ ਨਾਲ ਕੀਤੀ ਹੈ ਮਨਜੀਤ ਸਿੰਘ ਜੀ ਵਾਲੀ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਅਖੀਰ ਵਿੱਚ ਪੁੱਛਣਾ ਚਾਹਾਂਗਾ, ਸਵਾਲ ਬੜਾ ਔਖਾ ਹੈ ਤੇ ਗੰਭੀਰ ਹੈ। ਸਵਾਲ ਇਹ ਹੈ, ਸਾਰਾ ਕੁਝ ਕਰਨ ਦੇ ਬਾਵਜੂਦ ਜੇ ਕਿਤੇ ਇਸ ਖੇਤਰ ਵਿੱਚ ਚੜ੍ਹਦੀ ਕਲਾ ਵਾਲਾ ਜਿਹੜਾ ਸਵਾਲ ਹੈ, ਜਿਹੜਾ ਪ੍ਰਸ਼ਨ ਹੈ, ਉਹ ਲੱਗਦਾ ਤੁਹਾਡੇ ਤੇ ਕਿ ਤੁਹਾਡੀ ਜਿਹੜੀ ਸਾਰੀ ਸੰਸਥਾ ਹੈ ਇਸ ਵੱਲੋਂ ਕੀਤਾ ਜਾ ਰਿਹਾ ਇਹ ਉਦਮ ਪੂਰਨ ਤੌਰ ਤੇ ਜਿਹੜਾ ਸਫਲਤਾ ਹਾਸਲ ਨਹੀਂ ਕਰਦਾ, ਭਵਿੱਖ ਵਿੱਚ ਵੀ ਇਹ ਸਫ਼ਰ ਜਾਰੀ ਰੱਖੋਗੇ ਕਿ ਰੁਕ ਜਾਓਗੇ? ਇਸ ਤਰ੍ਹਾਂ ਹੈ ਜੀ, ਤੁਹਾਨੂੰ ਦੋ ਗੱਲਾਂ ਪਹਿਲੇ ਮੈਂ ਦੱਸ ਦਿਆਂ। ਇੱਕ ਤੇ ਉਸ ਖੇਤਰ ਦੇ ਵਿੱਚ ਮੈਡੀਕਲ ਅਵੇਅਰਨੈਸ ਬਿਲਕੁਲ ਨਹੀਂ ਸੀ, ਜੋ ਅਸੀਂ ਕ੍ਰੀਏਟ ਕੀਤੀ ਪਿਛਲੇ ਕੁਝ ਸਾਲਾਂ 'ਚ। ਮੈਡੀਕਲ ਕੈਂਪਸ ਵੀ ਲਗਵਾਏ, ਲੋਕਾਂ ਨੂੰ ਫ੍ਰੀ ਟ੍ਰੀਟਮੈਂਟਸ ਵੀ ਕਰਾਈਆਂ। ਬਹੁਤ ਪਿਛੜੇ ਨੇ ਮੈਡੀਕਲ ਇਸ ਹੈਲਥ 'ਚ। ਯਕੀਨ ਮੰਨੋਗੇ ਜਦੋਂ ਪਹਿਲੀ ਵਾਰੀ ਟੈਸਟ ਹੋਏ ਤੇ 60% ਜਿਹੜੇ ਸਾਡੇ ਉੱਥੋਂ ਦੇ ਬਜ਼ੁਰਗ ਸਨ ਸਾਰੇ ਡਾਇਬਟੀਜ਼ ਦੇ ਸ਼ਿਕਾਰ ਸਨ, ਕਿਸੇ ਨੂੰ ਪਤਾ ਵੀ ਨਹੀਂ ਸੀ। ਸੋ ਉਹ ਕੋਸ਼ਿਸ਼ ਉਹ ਕੀਤੀ। ਉਸ ਤੋਂ ਇਲਾਵਾ ਅਸੀਂ ਕਾਉਂਸਲਿੰਗ ਤੇ ਮੋਟੀਵੇਸ਼ਨਲ ਜਿਹੜੇ ਅਸੀਂ ਗੱਲ ਕਰਦੇ ਹਾਂ ਉਹ ਅਸੀਂ ਸੈਸ਼ਨਸ ਜਾਰੀ ਕੀਤੇ। ਹਰ ਮਹੀਨੇ ਸਾਡੇ ਕੋਲ ਬੱਚੇ ਆਉਂਦੇ ਨੇ। ਉਸ ਸੈਸ਼ਨਸ ਦੇ ਨਾਲ ਜਿੱਥੇ ਅਸੀਂ ਅੱਛੇ ਬੁਲਾਰੇ ਬੁਲਾ ਲੈਂਦੇ ਆ, ਜਾਂ IAS IPS ਆਫੀਸਰਸ, ਡਾਕਟਰਸ, ਇੰਜੀਨੀਅਰਸ, ਵੱਡੇ ਜਿਹੜੇ ਸਮਾਜ ਦੇ ਵਿੱਚ ਕਹਿੰਦੇ ਕਹਾਉਂਦੇ ਨੇ, ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਇੰਟਰੈਕਟ ਕਰਦੇ। ਬਹੁਤ ਖੁਸ਼ ਹੋਏ ਉਹ ਲੋਕ, ਕਹਿੰਦੇ ਨਹੀਂ ਸਾਨੂੰ ਬੁਲਾਓ, ਅਸੀਂ ਬਹੁਤ ਖੁਸ਼ ਹਾਂ ਤੁਹਾਡੇ ਇਸ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੇ ਅਸੀਂ ਤੁਹਾਡੀ ਜ਼ਰੂਰ ਸਪੋਰਟ ਕਰਾਂਗੇ, ਔਰ ਕਰਦੇ ਵੀ ਹਨ। ਸੋ ਇਸ ਨੂੰ ਲੈ ਕੇ ਸਾਡੇ 'ਚ ਹੌਸਲਾ ਵੱਧ ਗਿਆ। ਅਸੀਂ ਕਿਹਾ ਨਹੀਂ, ਅਸੀਂ ਪਹਿਲੇ ਅਸੀਂ ਕੋਸ਼ਿਸ਼ ਇਹੀ ਕਰਦੇ ਸਾਂ ਕਿ ਜਾਂ ਮੀਡੀਆ ਸ਼ਾਇਦ ਕਹਿ ਲਓ, ਜਾਂ ਅਸੀਂ ਆਪਣੇ ਆਪ ਨੂੰ ਨੇਮ ਐਂਡ ਫੇਮ ਨਹੀਂ ਸੀ ਚਾਹੁੰਦੇ। ਲੇਕਿਨ ਹੁਣ ਦਾ ਜੋ ਯੁੱਗ ਤੁਹਾਨੂੰ ਵੀ ਪਤਾ ਹੈ ਕਿ ਅੱਜ ਕੱਲ੍ਹ ਅਨਲੈਸ ਵੀ ਰੀਚ ਕ੍ਰਾਸ ਸੈਕਸ਼ਨ ਆਫ ਸੋਸਾਇਟੀ ਅਸੀਂ ਕੋਈ ਅੱਗੇ ਨਹੀਂ ਵੱਧ ਸਕਦੇ। ਹੁਣ ਸਾਨੂੰ ਉਤਸ਼ਾਹ ਵੀ ਮਿਲਿਆ ਤੇ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਸਾਡੀ ਪੁਰਜ਼ੋਰ ਇਹੀ ਕੋਸ਼ਿਸ਼ ਹੋਏ ਕਿ ਜਦ ਤੱਕ ਅਸੀਂ ਅਸੀਂ ਚੜ੍ਹਦੀ ਕਲਾ ਵਿੱਚ ਹੀ ਰਹਾਂਗੇ ਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਹੀ ਸਾਰੇ ਕੰਮ ਕਰਾਂਗੇ। ਜੋ ਅਸੀਂ ਕਰ ਰਹੇ ਹਾਂ ਇਹਨੂੰ ਵਧਾਉਣ ਦੀ ਵੀ ਕੋਸ਼ਿਸ਼ ਕਰਾਂਗੇ, ਔਰ ਪੂਰੀ ਕੋਸ਼ਿਸ਼ ਇਹ ਹੋਏਗੀ ਕਿਉਂਕਿ ਤੁਹਾਨੂੰ ਵੀ ਪਤਾ ਪਿੱਛੇ ਅਸੀਂ ਮਕਾਨ ਵੀ ਉੱਥੇ 1-2 ਬਣਾ ਕੇ ਦਿੱਤੇ, ਲੇਕਿਨ ਸ਼ਾਇਦ ਸਾਡੀ ਇੰਨੀ ਸਮਰੱਥਾ ਨਹੀਂ ਸੀ ਕਿ ਅਸੀਂ ਉਸ ਨੂੰ ਅੱਗੇ ਪ੍ਰੋਸੀਡ ਕਰਦੇ। ਸਾਡੇ ਕੋਲ ਹੋਰ ਵੀ ਡਿਮਾਂਡਸ ਬਹੁਤ ਆਈ ਨੇ, ਉਹ ਵੀ ਕਰਾਂਗੇ, ਛੱਡਾਂਗੇ ਨਹੀਂ। ਚਾਹੇ ਸਮਾਜ ਵੱਲੋਂ ਹੈਲਪ ਹੋਏ ਜਾਂ ਨਾ ਹੋਏ, ਚਾਹੇ ਸਾਨੂੰ ਆਪਣੇ ਵੱਲੋਂ ਵੀ ਕਰਨਾ ਪਵੇ, ਕੁਝ ਆਪਣੇ ਜਿਹੜੇ ਸਾਡੇ ਵੈਲ ਵਿਸ਼ਰਸ ਨੇ ਉਹ ਕਰਨਗੇ ਜਾਂ ਉਹਨਾਂ ਦੇ ਵੈਲ ਵਿਸ਼ਰਸ ਨੇ, ਸਾਰੇ ਮਿਲ ਕੇ ਕਰਾਂਗੇ। ਲੇਕਿਨ ਚੜ੍ਹਦੀ ਕਲਾ ਵਿੱਚ ਹੀ ਰਹਾਂਗੇ ਔਰ ਇਹ ਕੰਮ ਜਾਰੀ ਰੱਖਾਂਗੇ ਜਦ ਤੱਕ ਸਾਡੇ ਵਿਸ਼ਵਾਸ ਹੈ। ਵੱਡੀ ਗੱਲ ਕਹੀ ਹੈ ਮਨਜੀਤ ਸਿੰਘ ਹੋਰਾਂ ਨੇ, ਸਮਾਜਿਕ ਰੁਕਾਵਟਾਂ ਭਾਵੇਂ ਜਿੰਨੀਆਂ ਮਰਜ਼ੀ ਆਉਣ, ਲੇਕਿਨ ਗੁਰੂ ਨਾਨਕ ਦੇ ਘਰ ਦਾ ਜਿਹੜਾ ਸਿਧਾਂਤ ਹੈ ਕਿ ਚੜ੍ਹਦੀ ਕਲਾ ਵਿੱਚ ਹੀ ਰਹਿ ਕੇ ਆਪਣਾ ਜੀਵਨ ਵਿਸਰ ਕਰਨਾ ਹੈ। ਸ਼ਾਇਦ ਤਾਂ ਹੀ ਬਾਣੀ ਵੀ ਕਹਿੰਦੀ ਹੈ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ ਉਹਨਾਂ ਦੇ ਹੀ ਉਸਤਤ ਹੁੰਦੀ ਹੈ। ਜੰਮੂ ਕਸ਼ਮੀਰ ਦਾ ਸਿਕਲੀਗਰ ਸਿੱਖ ਸਮਾਜ ਦੇ ਸਬੰਧ ਵਿੱਚ ਜੋ ਗੋਸ਼ਟੀ ਕੀਤੀ ਹੈ ਮੇਰੇ ਨਾਲ, ਇਹ ਸਟੂਡੀਓ ਵਿੱਚ ਮੌਜੂਦ ਸਨ ਸਰਦਾਰ ਮਨਜੀਤ ਸਿੰਘ ਜੀ, ਉਹਨਾਂ ਦੇ ਨਾਲ ਹੀ ਸਰਦਾਰਨੀ ਰਵਿੰਦਰਪਾਲ ਕੌਰ ਅਤੇ ਨਾਲ ਹੀ ਸਰਦਾਰਨੀ ਗੁਰਵਿੰਦਰ ਕੌਰ। ਬੜੇ ਸੁਚਾਰੂ ਢੰਗ ਨਾਲ ਗੱਲ ਕੀਤੀ ਹੈ ਜੰਮੂ ਕਸ਼ਮੀਰ ਦੇ ਸਿਕਲੀਗਰ ਸਮਾਜ ਦੀ ਆਰਥਿਕ ਹਾਲਤ ਬਾਰੇ, ਉਹਨਾਂ ਦੀ ਸਮਾਜਿਕ ਹਾਲਤ ਬਾਰੇ, ਉਹਨਾਂ ਦੀ ਇਤਿਹਾਸਿਕ ਹਾਲਤ ਬਾਰੇ ਅਤੇ ਸਿਆਸੀ ਹਾਲਤ ਬਾਰੇ। ਗੋਸ਼ਟੀ ਪ੍ਰੋਗਰਾਮ ਵਿੱਚ ਅੱਜ ਬਸ ਇੰਨਾ ਹੀ। ਆਪਣੇ ਮੇਜ਼ਬਾਨ ਡਾਕਟਰ ਹਰਸਿਮਰਨ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।